Very good morning to all my dear students. Hope you all are hale and hearty. ਤੁਸੀਂ ਸਾਰੇ ਆਪਣਾ ਧਿਆਨ ਬਹੁਤ ਅੱਛੀ ਤਰ੍ਹਾਂ ਰੱਖ ਰਹੇ ਹੋ ਇਸ ਲੋਕਡਾਊਨ ਪੀਰੀਅਡ ਨੂੰ ਬਹੁਤ ਅੱਛੀ ਤਰ੍ਹਾਂ ਯੂਟਿਲਾਈਜ਼ ਕਰ ਰਹੇ ਹੋ ਇਨ ਅ ਪ੍ਰੋਡਕਟਿਵ ਮੈਨਰ ਔਰ ਟਰਾਈ ਕਰ ਰਹੇ ਹੋ ਕਿ ਜਿੰਨਾ ਜ਼ਿਆਦਾ ਤੁਸੀਂ ਨਿਊ ਚੀਜ਼ਾਂ ਸਿੱਖ ਸਕੋ ਉਨੀਆਂ ਜ਼ਿਆਦਾ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹੋ So आज का जो है lecture है it will be for the students of BA first year semester second and the topic would be the elixir of life as you can see here and it is written by C.V. Raman. Now the moment we look at the topic the elixir of life ਆਪਾਂ ਨੂੰ ਇਹ ਲੱਗਦਾ ਹੈ ਕਿ ਇਸ ਵਰਡ ਦਾ ਕੀ ਮੀਨਿੰਗ ਹੋਏਗਾ ਦ ਆਫ ਲਾਈਫ these are very normal common words elixir word first time introduce ਹੋਇਆ ਤੁਹਾਡੇ ਲਈ ਕੁਝ ਬੱਚਿਆਂ ਦੇ ਲਈ ਦੋਜ਼ ਹੂ ਆਰ ਫਰੋਮ ਰੂਰਲ ਬੈਕਗਰਾਊਂਡ ਕੁਝ ਇਸ ਤਰ੍ਹਾਂ ਦੇ ਬੱਚੇ ਆ ਜਿਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ ਸੋ ਐਲਿਗਜ਼ਰ ਵਰਡ ਦਾ ਮੀਨਿੰਗ ਕੀ ਹੈ ਅੰਮ੍ਰਿਤ ਹੁਣ ਅੰਮ੍ਰਿਤ ਜ਼ਿੰਦਗੀ ਦਾ ਅੰਮ੍ਰਿਤ ਕੀ ਹੈ ਲੈਟਸ ਸੀ C.V. ਰਮਨ ਨੇ ਕਿਸ ਚੀਜ਼ ਨੂੰ ਜ਼ਿੰਦਗੀ ਦਾ ਅੰਮ੍ਰਿਤ ਕਿਹਾ ਲੈਟਸ ਰੀਡ ਦ ਚੈਪਟਰ ਐਂਡ ਟਰਾਈ ਟੂ ਫਾਈਂਡ ਆਊਟ here. Before we proceed further for the chapter, let's talk about who Sir C.V. Raman is. He was a Nobel laureate. ਇਸ ਮੈਂ ਇਸ ਲਈ ਕਿਹਾ ਕਿਉਂਕਿ ਉਹ ਨੋਬਲ ਲੌਰੀਏਟ ਨੇ ਔਰ ਜਿਹੜੇ ਵੀ ਕੋਈ ਮਹਾਨ ਕੰਮ ਕਰਨ ਵਾਲਾ ਇਨਸਾਨ ਹੁੰਦਾ ਉਹ ਕਦੇ ਵੀ ਨਹੀਂ ਮਰਦਾ ਉਹਦਾ ਨਾਮ ਉਹਦੀ ਪਹਿਚਾਣ ਉਹਦਾ ਜੋ ਵੀ ਡਿਸਕਵਰੀ ਹੈ ਇਨਵੈਂਸ਼ਨ ਹੈ ਉਹ ਕਦੇ ਨਹੀਂ ਮਰਦੀ ਦੈਟਸ ਵਾਈ ਆਈ ਐਡਰੈਸਡ ਹਿਮ ਐਜ਼ ਇਜ਼ ਸੋ 1930 ਦੇ ਵਿੱਚ ਉਹਨਾਂ ਨੂੰ ਫਿਜ਼ਿਕਸ ਦੇ ਲਈ ਨੋਬਲ ਪ੍ਰਾਈਜ਼ ਦਿੱਤਾ ਗਿਆ ਸੀ ਔਰ ਉਹਨਾਂ ਦੀ ਡਿਸਕਵਰੀ ਕੀ ਸੀ ਉਹਨਾਂ ਨੇ ਕਿਹਾ ਕਿ ਲਾਈਟ ਕੋਈ ਵੀ ਟਰਾਂਸਪੇਰੈਂਟ ਮਟੀਰੀਅਲ ਜੋ ਹੈ ਜਦੋਂ ਉਹਦੇ ਵਿੱਚੋਂ ਲਾਈਟ ਕ੍ਰਾਸ ਕਰਵਾਈ ਜਾਂਦੀ ਹੈ ਤੇ ਉਹ ਥੋੜ੍ਹਾ ਡਿਫਲੈਕਟ ਹੋ ਕੇ ਉਹਦੀ ਵੇਵਲੈਂਥ ਦੇ ਵਿੱਚ ਚੇਂਜਸ ਪ੍ਰੋਡਿਊਸ ਕਰਦੇ ਆ ਇੱਥੇ ਚੈਪਟਰ ਦੇ ਵਿੱਚ ਆਪਾਂ ਇਹ ਵੀ ਦੇਖਾਂਗੇ ਕਿ ਉਹਨਾਂ ਨੇ ਇਸ ਡਿਸਕਵਰੀ ਨੂੰ ਜਸਟੀਫਾਈ ਕਰਦੇ ਹੋਏ ਕਿਹੜਾ ਐਗਜ਼ਾਮਪਲ ਸਾਈਟ ਕੀਤਾ ਔਰ ਇਸ ਡਿਸਕਵਰੀ ਨੂੰ ਨਾਮ ਦਿੱਤਾ ਗਿਆ ਰਮਨ ਇਫੈਕਟ here is the example mesmerizing sunrise astounding view of sunrise now the students who wake up early in the morning I hope कि ਉਹ ਵਾਲੇ ਸਾਰੇ ਸਟੂਡੈਂਟਸ ਜਿਹੜੇ ਜਲਦੀ ਉੱਠਣ ਦੀ ਆਦਤ ਹੈ they must have been viewing the beautiful scenic beauty of sunrise isn't it ਉਹ ਸੋਹਣੇ ਕਲਰਸ ਜਿਵੇਂ ਕਿਤੇ ਕਿਸੇ ਬਹੁਤ ਹੀ ਵਧੀਆ ਕਲਾਕਾਰ ਨੇ ਪੂਰੇ ਬੱਦਲਾਂ ਦੇ ਵਿੱਚ ਇੱਕ ਅਲੱਗ ਰੰਗ ਬਿਖੇਰ ਦਿੱਤੇ ਹੋਣ ਕਿਤੇ ਔਰੇਂਜ ਕਲਰ ਕਿਤੇ ਸਿੰਦੂਰੀ ਕਲਰ ਕਿਤੇ ਯੈਲੋ ਅਲੱਗ ਸ਼ੇਡਸ ਹੁੰਦੀਆਂ ਨੇ so mesmerizing and astounding these two words are for you people to write down as synonyms ਇਹ ਦੋਨੋਂ ਇੱਕ ਦੂਸਰੇ ਦੇ synonyms ਨੇ mesmerizing ਜਿਵੇਂ ਕਿ ਆਪਾਂ ਕਿਸੇ ਚੀਜ਼ ਨੂੰ ਦੇਖ ਕੇ spell bound ਹੋ ਜਾਂਦੇ ਆ so here is the next word also ਇੱਕਦਮ ਮੰਤਰ ਮੁਗਧ ਹੋ ਜਾਣਾ ਕਿ wow mesmerizing this is the beautiful scene and I'm actually astounded by it right likewise when he says sunset the time we ki hunda as you can see water de upar water itself introductory paragraph de vich chapter de vich oh kende a ke C.V. Raman says that water has no color it has got no taste no smell nothing at all it is just a liquid but ਆ ਦੇਖੋ ਜਦੋਂ sunset ਹੋ ਰਿਹਾ ਹੈ सूर्यास्त होने के टाइम के उत्ते जो लाइट रिफ्लैक्ट हो रही है पानी के ऊपर इट्स ब्यूटिफुल यू कैन नॉट एक्सप्रैस दिस ब्यूटी इन वर्ड्स नेचर हुंदी ही इन्नी खूबसूरत है कि उन्होंने वर्ड्स के विच एक्सप्लेन नहीं किया जा सकता सो इट इज़ अनफैदमेबल मिस्टीरियस अनफैदमेबल विच कैन नॉट बी एक्सप्लेनड इन वर्ड्स मिस्टीरियस नहीं जान सकते बिल्कुल भी कि इस ब्यूटी के पिछे की मिस्ट्री है so this is what he has talked about in the chapter then in the next para he discusses about the giant Nile river वो नील रिवर जो है वो
ਨੈਚੁਰਲ ਹੈ ਨੰਬਰ 1। ਨੰਬਰ 2 ਜੋ ਵਿਊ ਤੁਸੀਂ ਦੇਖ ਰਹੇ ਹੋ ਦਿਸ ਇਜ਼ ਦ ਸੈਟੇਲਾਈਟ ਵਿਊ, ਔਰ ਇਹਦੇ ਵਿੱਚ ਧਿਆਨ ਨਾਲ ਅਗਰ ਤੁਸੀਂ ਦੇਖੋ ਤੇ ਇੱਥੇ ਇੱਕ ਤਾਂ ਲੁੱਕ ਕਲੋਜ਼ਲੀ ਇਸ ਰਿਵਰ ਦੇ ਬਹੁਤ ਲੰਬੀ ਰਿਵਰ ਹੈ ਇਹ, ਤਾਂ ਹੀ ਇਹਨੂੰ ਜਾਇੰਟ ਕਿਹਾ ਜਾਂਦਾ ਹੈ। ਬਹੁਤ 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 ਜ਼ਿਆਦਾ ਲੰਬੀ ਰਿਵਰ ਹੈ। ਇਹਦੇ ਵਿੱਚ ਇੱਕ ਪਾਸੇ ਵੈਜੀਟੇਸ਼ਨ ਹੈ, ਗ੍ਰੀਨ ਵੈਜੀਟੇਸ਼ਨ all over it. Can you see? It's green vegetation and side ਤੇ ਜਾ ਕੇ ਹਲਕਾ ਜਿਹਾ ਡੈਜ਼ਰਟ ਵਰਗਾ ਫੀਲ ਹੋ ਰਿਹਾ, ਲਾਈਟ ਕਲਰ ਦਾ ਦਿਖ ਰਿਹਾ, ਬਟ it will be visible in the next slide. I'll just try to show it to you. See? ਦੇਖੋ ਇੱਥੇ ਸਾਰਾ ਡੈਜ਼ਰਟ ਵਰਗਾ ਫੀਲ ਹੋ ਰਿਹਾ, ਔਰ ਇਹ ਕਿਉਂ ਫੀਲ ਹੋ ਰਿਹਾ? ਕਿਉਂਕਿ ਜੋ ਪਾਣੀ ਹੈ ਉਹ ਜਿਸ ਜਗ੍ਹਾ ਦੇ ਉੱਤੇ ਇਹ ਸਾਡਾ ਕੁਦਰਤੀ ਅੰਮ੍ਰਿਤ ਜੋ ਹੈ, ਐਲਿਗਜ਼ਰ ਜੋ ਹੈ, ਅਗਰ ਇਹ ਜਾਏਗਾ ਤੇ ਗ੍ਰੀਨਰੀ ਕਰ ਦੇਗਾ, ਅਗਰ ਇਹ ਨਹੀਂ ਪਹੁੰਚੇਗਾ ਤੇ ਓਬਵੀਅਸਲੀ ਇੱਥੇ ਡੈਜ਼ਰਟ ਹੋ ਜਾਊਗਾ, ਬਿਲਕੁਲ ਹੀ ਲਾਈਫ ਹੀ ਨਹੀਂ ਬਚੇਗੀ ਜਿੱਥੇ ਵੀ ਵਾਟਰ ਨਹੀਂ ਹੋਏਗਾ। ਸੋ ਦਿਸ ਇਜ਼ ਵਾਟ ਦ ਰਾਈਟਰ ਹੈਜ਼ ਟਾਕਡ ਅਬਾਊਟ ਇਨ ਦ ਇਨੀਸ਼ੀਅਲ ਪੈਰਾਗ੍ਰਾਫਸ, 3rd to 4th paragraph. Then he has started discussing about how to conserve water, because water is life. ਇਹ ਆਪਾਂ ਜਦੋਂ ਕੰਪੀਟੀਸ਼ਨਸ ਹੁੰਦੇ ਆ ਉਹਨਾਂ ਵਿੱਚ ਵੀ ਦੇਖਿਆ। ਤਾਂ ਇੱਥੇ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਸਾਊਥ ਇੰਡੀਆ ਦੀ, ਐਂਸ਼ੀਐਂਟ ਰੇਨ ਫੈਡ ਵਾਟਰ ਟੈਂਕ। ਹੁਣ ਇਹ ਤੁਹਾਨੂੰ ਦੇਖ ਕੇ ਲੱਗ ਰਿਹਾ ਹੋਏਗਾ ਕਿ ਨਹੀਂ ਨਹੀਂ ਮੈਮ ਇਟ ਸੀਮਸ ਟੂ ਬੀ ਅ ਟੋਬਾ ਜਾਂ ਛੱਪੜ ਹੋ ਸਕਦਾ ਹੈ, ਬਟ ਨੋ, ਇਟਸ ਨਾਈਦਰ ਆਫ ਦੀਜ਼ ਟੂ। It's a rain fed water tank as it's written here. ਇਹ ਬਣਾ ਕੇ ਜਦੋਂ ਬਾਰਿਸ਼ ਹੁੰਦੀ ਹੈ, ਮੀਂਹ ਹੁੰਦਾ, ਉਦੋਂ ਸਾਰਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ। ਔਰ ਜੋ ਕਿ ਰਾਈਟਰ ਨੇ ਜੋ ਇਹਦੇ ਵਿੱਚ ਦੱਸਿਆ ਸੀਵੀ ਰਮਨ ਨੇ, ਸਰ ਸੀਵੀ ਰਮਨ ਸੇਜ਼ ਕਿ ਇਹ ਵਾਟਰ ਇਕੱਠਾ ਕਿਉਂ ਕੀਤਾ ਜਾਂਦਾ ਹੈ? ਦੋ ਚੀਜ਼ਾਂ ਦੇ ਲਈ ਦਾ ਪਰਪਜ਼ ਹੈ। ਫਰਸਟ ਪਰਪਜ਼ ਇਜ਼ that it is used for cultivation, irrigation. Second is to quench the thirst of the cattle, the animals, the birds. All right, ਇਸੇ ਤਰ੍ਹਾਂ ਹੀ ਹੁਣ ਇਰੀਗੇਸ਼ਨ ਦਾ ਤੁਹਾਨੂੰ ਐਗਜ਼ਾਮਪਲ ਦਿਖਾ ਰਹੀ ਹਾਂ। ਇੱਥੇ ਲੁੱਕ ਕਲੋਜ਼ਲੀ, ਜਦੋਂ ਇੱਥੇ ਆ ਪੈਸੇਜ ਜੋ ਇਹਨਾਂ ਨੇ ਗਿਵਨ ਹੈ, ਇਸ ਪੈਸੇਜ ਦੇ ਵਿੱਚੋਂ ਪਾਣੀ ਨਿਕਲ ਕੇ ਆਉਂਦਾ ਹੈ ਤੇ ਇਟ ਗੋਜ਼ ਟੂ ਦ ਫੀਲਡਸ, ਦ ਫਾਰਮਸ, ਐਂਡ crops are being cultivated. Now let's come to the next part of the chapter where he has discussed about the rain harvesting, the different methods how we can harvest the rain. ਇੱਕ ਹੈ ਕਿ ਰੂਫ ਟੌਪ ਦੇ ਉੱਤੋਂ ਸਲਾਂਟਿੰਗ ਅਗਰ ਰੂਫ ਟੌਪ ਹੋਏਗੀ ਤੇ ਓਬਵੀਅਸਲੀ ਵੀਲ ਬੀ ਏਬਲ ਟੂ ਹੈਵ ਅ ਡਰੇਨੇਜ ਸਿਸਟਮ, ਔਰ ਨੀਚੇ ਇੱਕ ਵਾਟਰ ਟੈਂਕ ਰੱਖ ਦਾਂਗੇ ਔਰ ਉਹਦੇ ਵਿੱਚ ਸਾਰਾ ਪਾਣੀ ਇਕੱਠਾ ਹੋ ਜਾਏਗਾ ਬਾਰਿਸ਼ ਦਾ, ਔਰ ਸਾਡੇ ਲਈ ਬੈਨੀਫੀਸ਼ੀਅਲ ਰਹੇਗਾ, ਅਸੀਂ ਕਿਸੇ ਵੀ ਪਰਪਸ ਲਈ ਯੂਜ਼ ਕਰ ਸਕਦੇ ਹਾਂ ਇਸ ਵਾਟਰ ਨੂੰ। ਦੈਨ ਇਹ ਹੈ, ਇਹਨੂੰ ਧਿਆਨ ਨਾਲ ਦੇਖੋ ਜ਼ਰਾ, I'll just zoom it for you. ਇੱਥੇ ਉੱਪਰ this is the drainage system, ਨੀਚੇ ਫਿਲਟਰ ਚੈਂਬਰ ਲੱਗਿਆ ਹੋਇਆ। ਹੁਣ ਆ ਜੋ ਨੀਚੇ ਟਬਸ ਦਿੱਤੇ ਹੋਏ ਆ, ਇਹ ਟਬਸ ਜ਼ਮੀਨ ਦੇ ਵਿੱਚ ਉਹਨਾਂ ਨੇ ਗੱਡੇ ਹੋਏ ਆ। ਸਾਰਾ ਪਾਣੀ ਜਦੋਂ ਬਾਰਿਸ਼ ਦਾ ਭਰ ਜਾਏਗਾ, ਟਰੀਜ਼ ਦੀਆਂ ਵੀ ਰੂਟਸ ਦੇ ਥਰੂ ਪਾਣੀ ਇਹਦੇ ਵਿੱਚ ਇਕੱਠਾ ਹੋ ਜਾਏਗਾ, ਔਰ ਇਹ ਸਾਰਾ ਪਾਣੀ ਫਿਲਟਰ ਹੋ ਕੇ ਯੂਟੀਲਾਈਜ਼ ਕੀਤਾ ਜਾ ਸਕਦਾ। ਈਵਨ ਆਪਣੇ ਘਰਾਂ ਦੇ ਵਿੱਚ ਯੂਜ਼ ਕਰ ਸਕਦੇ ਹਾਂ, ਬਰਤਨ ਧੋਣ ਲਈ, ਕੱਪੜੇ ਧੋਣ ਲਈ, ਗੱਡੀ ਵਾਸ਼ ਕਰਨ ਦੇ ਲਈ। ਮੀਨਸ ਜਿਹੜੇ ਵੀ ਅਸੀਂ ਇਹੋ ਜਿਹੇ ਕੰਮ ਕਰਨੇ ਆ ਜਿਹਦੇ ਵਿੱਚ ਅਸੀਂ ਫਾਲਤੂ 'ਚ ਪਾਣੀ ਵੇਸਟ ਕਰਨਾ ਹੈ, ਉਹਦੇ ਵਿੱਚ ਆਹ ਪਾਣੀ ਅਸੀਂ ਯੂਟੀਲਾਈਜ਼ ਕਰ ਸਕਦੇ ਹਾਂ। ਇੱਕ ਤਾਂ ਇਹ ਨੈਚੁਰਲ ਰਿਸੋਰਸ ਹੈ, ਔਰ ਦੂਸਰਾ ਇਹ ਬਾਰ-ਬਾਰ ਬਾਰਿਸ਼ ਆਏਗੀ, ਅਸੀਂ ਜਿੰਨਾ ਜ਼ਿਆਦਾ ਇਸ ਪਾਣੀ ਨੂੰ ਯੂਜ਼ ਕਰਾਂਗੇ ਉਨਾ ਹੀ ਅੱਛਾ ਹੈ। ਇਸ ਲਈ ਧਰਤੀ ਦਾ ਜੋ ਪਾਣੀ ਹੈ, ਜੋ ਸਾਡੇ ਕੋਲ ਆਲਰੇਡੀ ਅਵੇਲੇਬਲ ਹੈ, ਉਹਦੀ ਯੂਸੇਜ ਜੋ ਹੈ ਅਸੀਂ ਹੌਲੀ ਹੌਲੀ ਮਿਨੀਮਾਈਜ਼ ਕਰ ਸਕਦੇ ਹਾਂ, ਸੋ ਦੈਟ ਆਉਣ ਵਾਲੀ ਜਨਰੇਸ਼ਨਸ ਦੇ ਲਈ ਵੀ ਉਹ ਪਾਣੀ ਪਿਆ ਰਵੇ। ਨਾਓ ਨੈਕਸਟ, ਇਸ ਤਰੀਕੇ ਨਾਲ ਵੀ ਅਸੀਂ ਕਰ ਸਕਦੇ ਹਾਂ। ਇੱਦਾਂ ਆਪਾਂ ਆਪਣੇ ਲੌਨ ਦੇ ਵਿੱਚ ਕਰ ਸਕਦੇ ਹਾਂ। ਯੂ ਮਸਟ ਹੈਵ ਸੀਨ ਅੱਜ ਕੱਲ੍ਹ ਉਹ ਬੋਟਲ ਗਾਰਡਨਿੰਗ ਵੀ ਹੁੰਦੀ ਹੈ, ਵੀਲਸ ਦੇ ਵਿੱਚ ਵੀ ਲੋਕ ਕਰ ਰਹੇ ਹੈ। ਹੁਣ ਉਹ ਸਪੈਸ਼ਲੀ ਜਦੋਂ ਆਪਣੇ ਘਰ ਦੇ ਵਿੱਚ RO ਲੱਗਿਆ ਹੁੰਦਾ, ਇੱਥੇ ਤਾਂ ਚਲੋ ਰੇਨ ਹਾਰਵੈਸਟਿੰਗ ਦੀ ਗੱਲ ਹੋ ਰਹੀ ਹੈ, ਨੈਚੁਰਲ ਰਿਸੋਰਸ ਹੈ, ਕਈ ਕਲੈਕਟ ਕੀਤਾ, ਕਦੇ ਨਹੀਂ ਕੀਤਾ, ਔਰ ਇਹ ਪੈਟਰਨ ਹੈ ਚੈਪਟਰ ਦੇ ਵਿੱਚ ਆ। ਹੁਣ ਜੋ ਮੈਂ ਐਗਜ਼ਾਮਪਲ ਦੇ ਰਹੀ ਹਾਂ, ਇਹ ਚੈਪਟਰ ਤੋਂ ਬਾਹਰ ਦੀ ਐਗਜ਼ਾਮਪਲ ਸਾਈਟ ਕਰ ਰਹੀ ਹਾਂ। ਉਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ? ਦੇਖੋ, ਆਪਣਾ ਜੋ RO ਹੈ, RO ਦੇ ਵਿੱਚੋਂ ਜੋ ਪਾਣੀ ਨਿਕਲ ਰਿਹਾ,
ਉਹ ਪਾਣੀ ਸਿੱਧਾ ਅਗਰ ਅਸੀਂ ਛੋਟੇ ਪਾਈਪ ਲਗਾ ਕੇ ਆਪਣੇ ਲੌਨ ਦੇ ਵਿੱਚ ਜਾਂ ਆਪਣੇ ਕਿਚਨ ਗਾਰਡਨ ਦੇ ਲਈ ਜਾਂ ਫਿਰ ਕਿਤੇ ਵੀ ਵਾਟਰ ਮਤਲਬ ਜੋ ਆਪਣੇ ਯੂਟੈਂਸਿਲਸ ਹੈ ਉਹਨਾਂ ਨੂੰ ਵਾਸ਼ ਕਰਨ ਦੇ ਲਈ ਯੂਜ਼ ਕਰ ਸਕਦੇ ਹਾਂ। ਉੱਥੇ ਅਗਰ ਆਪਾਂ ਵੈਂਟ ਦੇ ਦਈਏ ਤਾਂ ਬਹੁਤ ਈਜ਼ੀਲੀ ਉਸ ਵਾਟਰ ਨੂੰ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਇਹ ਨਹੀਂ ਹੈ ਕਿ ਅਗਰ ਜੋ ਪਿਊਰੀਫਾਈ ਹੋ ਗਿਆ ਵਾਟਰ ਤੇ ਅਸੀਂ ਸਿਰਫ ਆਰ ਓ ਚੋਂ ਹੀ ਕੱਢ ਕੇ ਪੀਣਾ। ਜਿਹੜਾ ਪਾਣੀ ਫਿਲਟਰ ਹੋਣ ਤੋਂ ਬਾਅਦ ਨਿਕਲ ਰਿਹਾ ਬਾਹਰ ਪਾਈਪ ਦੇ ਵਿੱਚੋਂ, ਵੀ ਕੈਨ ਯੂਟੀਲਾਈਜ਼ ਦੈਟ ਵਾਟਰ ਐਜ਼ ਵੈਲ। ਉਹਨੂੰ ਪਲਾਂਟਸ ਦੇ ਨਾਲ ਕਨੈਕਟ ਕਰਕੇ ਆਪਣੇ ਲੌਨ ਦੇ ਨਾਲ ਤੁਸੀਂ ਪਾਈਪ ਲਗਾ ਸਕਦੇ ਹੋ, ਇੱਕ ਫਾਊਂਟਨ ਕ੍ਰੀਏਟ ਕਰ ਸਕਦੇ ਹੋ। ਨਾ ਇਟਸ ਕੰਪਲੀਟਲੀ ਅਪ ਟੂ ਯੂ ਹਾਊ ਇਨੋਵੇਟਿਵ ਯੂ ਕੈਨ ਬੀ, ਰਾਈਟ। So rain harvesting ਦੀ ਗੱਲ ਹੋ ਰਹੀ ਹੈ। So these are a few methods through which we can harvest the rains. This was your chapter. I hope ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਏਗਾ। ਇਹ ਚੈਪਟਰ ਦਾ ਟੈਕਸਟ ਹੈ। ਵੀਡੀਓ ਪੌਜ਼ ਕਰਕੇ you can just read the chapter, and if you find anything which you want me to discuss ਤਾਂ ਤੁਸੀਂ comment box ਦੇ ਵਿੱਚ ਲਿਖ ਦਿਓ। Otherwise let's just sum up this chapter. In the last paragraph, what does Sir C.V. Raman say? In one sense, water is the commonest of liquids. In other sense, it is the most uncommon of liquids with amazing properties which are responsible for its unique power of maintaining animal and plant life. The investigation of the nature and properties of water is therefore of the highest scientific interest and is far from an exhausted field of research. ਪਾਣੀ ਚਾਹੇ ਨਾ ਉਹਦਾ ਟੇਸਟ ਹੋਵੇ ਨਾ ਉਹਦੀ ਕੋਈ ਸਮੈਲ ਹੋਵੇ, ਮਤਲਬ ਬਿਲਕੁਲ ਟਰਾਂਸਪੇਰੈਂਟ ਹੈ, ਇਟ ਡਸਨਟ ਹੈਵ ਐਨੀ ਕਲਰ ਈਵਨ, ਬਟ ਉਹ ਅਨਕੋਮਨ ਹੈ ਸਬਸਟੈਂਸ। ਕਾਮਨ ਹੋਣ ਦੇ ਬਾਵਜੂਦ ਵੀ ਉਹਦੀਆਂ ਪ੍ਰੋਪਰਟੀਜ਼ ਦੇ ਕਰਕੇ, ਉਹਦੀ ਯੂਸੇਜ ਦੇ ਕਰਕੇ ਉਹ ਬਹੁਤ ਜ਼ਿਆਦਾ ਅਨਕੋਮਨ ਹੈ। ਔਰ ਉਹਦੇ ਵਿੱਚ ਕਿੰਨੀ ਪਾਵਰ ਹੈ ਕਿ ਉਹ ਪਲਾਂਟਸ ਨੂੰ, ਐਨੀਮਲਸ ਨੂੰ, ਹਿਊਮਨ ਬੀਇੰਗ ਦੀ ਲਾਈਫ ਨੂੰ, ਸਾਡੇ ਸਭ ਦੀ ਲਾਈਫ ਨੂੰ ਮੇਨਟੇਨ ਕਰਕੇ ਰੱਖਦਾ ਹੈ। ਔਰ ਨਾਲ ਹੀ ਸਾਇੰਟੀਫਿਕ ਫੀਲਡ ਦੇ ਵਿੱਚ ਇਸ ਚੀਜ਼ ਦੀ ਹਜੇ ਵੀ ਰਿਸਰਚ ਕੰਟੀਨਿਊਡ ਹੈ ਕਿ ਅਸੀਂ ਵਾਟਰ ਦੇ ਉੱਤੇ ਹੋਰ ਕੀ ਕੀ ਚੀਜ਼ਾਂ ਯੂਟੀਲਾਈਜ਼ ਕਰ ਸਕਦੇ ਹਾਂ, ਵਾਟਰ ਦੇ ਉੱਤੇ ਅਸੀਂ ਕਿਹੜੀ ਰਿਸਰਚ ਜੋ ਹੈ ਉਹ ਕੰਡਕਟ ਕਰ ਸਕਦੇ ਹਾਂ। ਸੋ ਹੇਅਰ ਆਈ ਐਂਡ ਮਾਈ ਲੈਕਚਰ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਏਗਾ। ਅਗਰ ਕੋਈ ਵੀ ਵਰਡ ਜਾਂ ਫਿਰ ਕੋਈ ਵੀ ਵਿੱਚੋਂ ਪੈਰਾਗ੍ਰਾਫ ਤੁਸੀਂ ਸਮਝਣਾ ਹੋਵੇ, ਯੂ ਕੈਨ ਰਾਈਟ ਡਾਊਨ ਇਨ ਦ ਕਮੈਂਟ ਬਾਕਸ ਐਂਡ ਆਈ ਵਿਲ ਰਿਸਪੌਂਡ ਟੂ ਯੂਰ ਕੁਐਰੀਜ਼। Thank you very much. Stay at home, stay safe, and study well.